ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰਦੇ ਹਾਂ। ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਲਗਾਤਾਰ ਬਾਦਸਤੂਰ ਜਾਰੀ ਹੈ। 26 ਜਨਵਰੀ ਨੂੰ ਵਾਪਰੀ ਘਟਨਾ ਤੋਂ ਬਾਅਦ ਲੱਗ ਰਿਹਾ ਸੀ ਕਿ ਕਿਸਾਨੀ ਅੰਦੋਲਨ ਮੱਠਾ ਪੈ ਸਕਦਾ ਹੈ, ਪਰ ਜਿਸ ਤਰ੍ਹਾਂ ਦੀ ਭਾਵੁਕ ਅਪੀਲ ਕੀਤੀ ਗਈ ਸੀ ਰਕੇਸ਼ ਟਕੈਤ ਦੇ ਵੱਲੋਂ, ਉਸ ਤੋਂ ਬਾਅਦ ਅੰਦੋਲਨ ਫਿਰ ਤੋਂ ਨਵੇਂ ਪੜਾਅ ਦੇ ਵਿੱਚ ਵਾਧਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਵਿੱਚੋਂ ਟਰਾਲੀਆਂ ਦੇ ਵੱਡੇ ਕਾਫਲੇ ਦਿੱਲੀ ਦੇ ਵੱਲ ਰਵਾਨਾ ਹੋ ਚੁੱਕੇ ਨੇ। ਤੇ ਗੱਲ ਗਾਜ਼ੀਪੁਰ ਬਾਰਡਰ ਦੀ ਕਰੀਏ ਤਾਂ ਜੋ ਖਬਰਾਂ ਹੁਣ ਤੱਕ ਆਪੜ ਰਹੀਆਂ ਨੇ ਉਸ ਦੇ ਮੁਤਾਬਿਕ ਕਿ ਗਾਜ਼ੀਪੁਰ ਬਾਰਡਰ ਦਾ ਦਾਇਰਾ ਜਿਹੜਾ ਪਹਿਲਾਂ ਨਾਲੋਂ 4 ਗੁਣਾ ਵੱਧ ਚੁੱਕਿਆ ਹੈ ਤੇ ਗਾਜ਼ੀਪੁਰ ਬਾਰਡਰ ਦੇ ਉੱਤੇ ਵੱਡੇ ਕਾਫਲੇ ਲਗਾਤਾਰ ਪਹੁੰਚ ਰਹੇ ਨੇ, ਜਿਸ ਦੇ ਚੱਲਦਿਆਂ ਗਾਜ਼ੀਪੁਰ ਬਾਰਡਰ ਦੇ ਉੱਤੇ ਵੱਡੇ ਇਕੱਠ ਹੋਣ ਦੀਆਂ ਸੰਭਾਵਨਾਵਾਂ ਨੇ। ਤੇ ਉਧਰ ਪੰਜਾਬ ਦੇ ਵਿੱਚੋਂ ਵੀ ਵੱਡੇ ਇਕੱਠ ਰਵਾਨਾ ਹੋ ਚੁੱਕੇ ਨੇ। ਮਾਝੇ ਦੇ ਵਿੱਚੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵੀ ਵੱਡੇ ਕਾਫਲੇ ਦਿੱਲੀ ਦੇ ਵੱਲ ਰਵਾਨਾ ਹੋਏ ਨੇ। ਸੋ ਇੱਕ ਵਾਰ ਫਿਰ ਤੋਂ ਕਿਸਾਨੀ ਸੰਘਰਸ਼ ਵੱਖਰੀਆਂ ਲੀਹਾਂ ਦੇ ਉੱਤੇ ਜਾਂਦਾ ਨਜ਼ਰ ਆ ਰਿਹਾ ਹੈ। ਤੇ ਉਧਰ ਰਕੇਸ਼ ਟਕੈਤ ਨੂੰ ਵੱਖੋ ਵੱਖਰੇ ਸਮਰਥਨ ਮਿਲ ਰਹੇ ਨੇ। ਰਕੇਸ਼ ਟਕੈਤ ਨੂੰ ਸਮर्थन देने के लिए पहुंच रहे लोगों का की कुछ कहना हो सुन। पुलिस प्रशासन से बात हटाए, हमने कहा कि नाम गिरफ्तारी देंगे, नाम आंदोलन छोड़ देंगे। और यहाँ से जिस तरह से पानी यहाँ से हटाया गया, हमने कहा कि जब तक गांव के लोग पानी लेकर नहीं आएंगे ना मैं पानी पीऊंगा। और गांव के लोग आगे बढ़ो, ये धोखा है। ये किसान बिरादरी के झंडा ये 100 फीट नीचे दफन हो जाता, दफन। आने वाले 50 साल में भी, 20 और 30 साल में भी न कोई देश में किसान आंदोलन होता। और जो सरदार बिरादरी है ये कभी 40 और 30 साल तक उभर नहीं पाती। क्या होना था, लोग हताश हो गए थे, लोगों का मोरल इतना डाउन कर दिया था कि ये लगा कि हमने पता नहीं क्या कर दिया। इसकी सब जांच होगी, किसान की कोई गलती नहीं है। मोदी, अरे मोदी देश के प्रधानमंत्री है, हमें किसानों के हक के फैसले, एक मिनट सुन लो। मोदी देश के प्रधानमंत्री है, हमें किसानों के हक के फैसले उन्हीं से करवाने हैं। और वो भी एक दिन किसान जिंदाबाद बोलेंगे। और जिस दिन देश का प्रधानमंत्री किसान जिंदाबाद का नारा लगाएगा उस दिन ये देश किसान में हो जाएगा। हमें इंतजार है कि हमारे फैसले होंगे और एक दिन वो आएगा कि मोदी जी जो प्रधानमंत्री हैं वो देश के किसान का जिंदाबाद का नारा लगाएगा। उधर पंजाब के गायक पप्पू मान भी किसानों ਨੂੰ ਸਮਰਥਨ ਦੇਣ ਦੇ ਲਈ ਅਤੇ ਦੁਬਾਰਾ ਕਿਸਾਨੀ ਸੰਘਰਸ਼ ਨੂੰ ਲੀਹ ਦੇ ਉੱਤੇ ਲਿਆਉਣ ਦੇ ਲਈ ਯਤਨ ਕਰਦੇ ਨਜ਼ਰ ਆਏ ਨੇ। ਬੱਬੂ ਮਾਨ ਖੁਦ ਟਰੈਕਟਰ ਚਲਾ ਕੇ ਦਿੱਲੀ ਦੇ ਵੱਲ ਰਵਾਨਾ ਹੋਏ ਨੇ ਤੇ ਆਪਣੇ ਨਾਲ ਵੱਡਾ ਕਾਫਲਾ ਟਰੈਕਟਰਾਂ ਤੇ ਗੱਡੀਆਂ ਦਾ ਲੈ ਕੇ ਦਿੱਲੀ ਦੇ ਵੱਲ ਕੂਚ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਬੱਬੂ ਮਾਨ ਦਾ ਇਸ ਮੌਕੇ ਦੇ ਉੱਤੇ ਕਹਿਣਾ ਸੀ ਕਿ ਕਿਸਾਨਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੇ ਅਜਿਹੇ ਬਿਆਨ ਸਾਹਮਣੇ ਨਹੀਂ ਆਉਣੇ ਚਾਹੀਦੇ ਜੋ ਕਿਸੇ ਵੀ ਤਰ੍ਹਾਂ ਦੇ ਮੀਡੀਆ ਦੇ ਲਈ ਇੱਕ ਅਹਿੰਸਕ ਰੂਪ ਦੇਣ ਦੀ ਗੱਲ ਹੋ ਜਾਵੇ। ਉਧਰ ਸੁਖਪਾਲ ਸਿੰਘ ਖਹਿਰਾ ਨੇ ਵੀ ਕਿਸਾਨੀ ਸੰਘਰਸ਼ ਨੂੰ ਲੈ ਕੇ ਅਤੇ ਬੀਤੇ ਦਿਨਾਂ ਸਿੰਘੂ ਬਾਰਡਰ ਦੇ ਉੱਤੇ ਵਾਪਰੀ ਘਟਨਾ ਨੂੰ ਲੈ ਕੇ ਟਿੱਪਣੀ ਕੀਤੀ ਹੈ। ਇਸ ਮੌਕੇ ਦੇ ਉੱਤੇ ਉਹਨਾਂ ਭਾਜਪਾ ਦੇ ਉੱਤੇ ਕਰੜੇ ਸਿਆਸੀ ਹਮਲੇ ਕੀਤੇ ਨੇ ਤੇ ਨਾਲ ਹੀ ਉਹਨਾਂ ਨੇ ਇਸ ਮੌਕੇ ਦੇ ਉੱਤੇ ਕਿਹਾ ਕਿ 26 ਜਨਵਰੀ ਨੂੰ ਇਸ ਸੰਸਾਰ ਤੋਂ ਜਾਣ ਵਾਲੇ ਨਵਦੀਪ ਸਿੰਘ ਦੇ ਕੇਸ ਦੀ ਪੈਰਵਾਈ ਖੁਦ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ। ਦੋਸਤੋ, ਅੱਜ ਆਪਾਂ ਗੱਲ ਕਰਨੀ ਆ ਜਿਹੜੀ ਕੁੰਡਲੀ ਬਾਰਡਰ ਅਤੇ ਸਿੰਘੂ ਬਾਰਡਰ ਦੇ ਉੱਤੇ ਬੜੇ ਪਲਾਨਡ ਤਰੀਕੇ ਨਾਲ ਸਰਕਾਰ ਨੇ ਸਾਡੇ ਉਸ ਧਰਨੇ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਪ੍ਰੋਵੋਕ ਕਰਨ ਦੀ ਕੋਸ਼ਿਸ਼ ਕੀਤੀ ਆ। ਇਹਦਾ ਬੜੇ ਅਰਸੇ ਤੋਂ ਇਹ ਗੇਮ ਪਲਾਨ ਆ। ਜਿਹੜੇ ਲਾਲ ਕਿਲੇ ਵਾਲੇ ਇਨਸੀਡੈਂਟ ਹੋਏ ਉਹ ਤੋਂ ਵੀ ਤੇ ਉਸ ਤੋਂ ਪਹਿਲਾਂ ਵੀ ਕਿ ਆਪਣੇ ਇਸ ਕਿਸਾਨ ਅੰਦੋਲਨ ਨੂੰ ਬਰਕਰਾਰ ਰੱਖਣਾ ਵਾ। ਸਭ ਜਿੰਨੀ ਸਮਰੱਥਾ, ਜਿੰਨੀ ਸ਼ਕਤੀ ਤੁਸੀਂ ਇਹਦੇ ਵਿੱਚ ਯੋਗਦਾਨ ਪਾ ਸਕਦੇ ਹੋ ਇਸੇ ਤਰ੍ਹਾਂ ਪਾਈ ਜਾਣੀ ਆ। ਛੋਟੇ-ਮੋਟੇ ਇਨਸੀਡੈਂਟਸ ਨੂੰ ਬੈਕਡ੍ਰੌਪ ਵਿੱਚ ਰੱਖਦੇ ਹੋ, ਉਹ ਗੱਲ ਮੁੱਕ ਗਈ ਆ। ਆਪਾਂ ਆਪਣੀਆਂ ਮੰਗਾਂ, ਆਪਣੇ ਜੋ ਜਾਇਜ਼ ਗੱਲਾਂ ਉਹਨਾਂ ਨੂੰ ਕਰੀ ਜਾਣਾ। ਔਰ ਜਿੰਨਾ ਵੀ ਬੀਜੇਪੀ ਦੀ ਸਰਕਾਰ ਭੜਕਾਵੇ ਆਪਾਂ ਉਹਨਾਂ ਤੋਂ ਇਸ ਤੋਂ ਬਚਣ ਦੀ ਕੋਸ਼ਿਸ਼ ਕਰਨੀ। ਔਰ ਨਾਲ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਦਾ ਹਰਿਆਣੇ ਦੇ, ਯੂਪੀ ਦੇ, ਰਾਜਸਥਾਨ ਦੇ, ਉੱਤਰਾਖੰਡ ਦੇ ਸਾਰੇ ਹੀ ਕਿਸਾਨਾਂ ਦਾ, ਸਾਰੇ ਆਪਣੇ ਜਾਟ ਵੀਰਾਂ ਦਾ ਜਾਂ ਹੋਰਨਾਂ ਕੌਮਾਂ ਦਾ ਜਿਨ੍ਹਾਂ ਨੇ ਇਸ ਮੋਰਚੇ ਨੂੰ ਸਸਟੇਨ ਕਰਨ ਵਾਸਤੇ ਪੂਰੀ ਵਾਹ ਲਾ ਦਿੱਤੀ ਆ। ਤੇ ਜਿਹੜਾ ਬੀਜੇਪੀ ਦੀਆਂ ਕੋਝੀਆਂ ਚਾਲਾਂ ਸੀ ਉਹਨਾਂ ਸਾਰਿਆਂ ਨੂੰ ਤੁਸੀਂ ਵਿਫਲ ਕਰਤਾ, ਫੇਲ ਕਰ ਦਿੱਤਾ। ਤੁਹਾਡਾ ਸਾਰਿਆਂ ਦਾ
ਬਹੁਤ ਬਹੁਤ ਸ਼ੁਕਰੀਆ। ਤੋਂ ਮਿਲਦੇ ਆ। ਉਧਰ ਬੀਜੇਪੀ ਆਗੂਆਂ ਦਾ ਵੀ ਘਿਰਾਓ ਲਗਾਤਾਰ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਬੀਜੇਪੀ ਆਗੂਆਂ ਦਾ ਘਿਰਾਓ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇੱਕ ਵਾਰ ਫਿਰ ਬੀਜੇਪੀ ਦੇ ਵੱਡੇ ਆਗੂ ਦਾ ਘਿਰਾਓ ਕੀਤਾ ਗਿਆ ਹੈ ਕਿਸਾਨਾਂ ਦੇ ਵੱਲੋਂ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਤੇ ਕਿਸਾਨ ਘਰਾਂ ਨੂੰ ਵਾਪਸ ਨਹੀਂ ਪਰਤਦੇ, ਉਦੋਂ ਤੱਕ ਇਹਨਾਂ ਆਗੂਆਂ ਦਾ ਵਿਰੋਧ ਕਰਦੇ ਰਹਾਂਗੇ। ਜਿਹੜਾ ਸਾਡਾ ਘੋਲ ਆ ਦਿੱਲੀ ਦੇ ਵਿੱਚ, ਜਿਹੜਾ ਸਰਕਾਰ ਸਾਡੇ ਖਿਲਾਫ 5 ਜੂਨ ਨੂੰ ਆਰਡੀਨੈਂਸ ਲੈ ਕੇ ਆਈ ਸੀ, ਉਹਦੇ ਖਿਲਾਫ ਸਾਨੂੰ ਲੜਦਿਆਂ ਨੂੰ ਅੱਜ 6 ਮਹੀਨੇ ਹੋ ਚੱਲੇ ਆ। ਲਗਾਤਾਰ ਅਸੀਂ ਸੰਘਰਸ਼ ਕਰ ਰਹੇ ਆ। ਉਹਦੇ ਖਿਲਾਫ ਅਸੀਂ ਅੱਜ 2 ਮਹੀਨਿਆਂ ਤੋਂ ਉੱਪਰ ਹੋ ਚੱਲਿਆ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ। ਇਸ ਸੰਘਰਸ਼ ਨੂੰ ਤਾਰੋ ਪੀੜਾ ਕੀਤਾ ਜਾਵੇ। ਬੜੀਆਂ ਕੋਸ਼ਿਸ਼ਾਂ ਚੱਲੀਆਂ ਪਰ ਉਹ ਕੋਈ ਕਾਮਯਾਬ ਨਹੀਂ ਹੋ ਸਕੀਆਂ। ਇਸ ਕਰਕੇ ਅਸੀਂ ਇਹਨਾਂ ਲੀਡਰਾਂ ਨੂੰ ਕਹਿੰਦੇ ਆ ਤੁਸੀਂ ਬਾਜ਼ ਆ ਜਾਓ, ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਮੰਨੋ। ਅਸੀਂ ਚੇਤਾਵਨੀ ਦਿੰਦੇ ਆ ਕਿ ਜੇਕਰ ਸਾਡੇ ਬਿੱਲ ਵਾਪਸ ਨਹੀਂ ਹੁੰਦੇ ਤੇ ਕੋਈ ਵੀ ਬੀਜੇਪੀ ਦਾ ਲੀਡਰ, ਚਾਹੇ ਜਲਾਲਾਬਾਦ ਆ, ਚਾਹੇ ਗੁਰੂਵਾਰ ਸਾਹਿਬ, ਚਾਹੇ ਫਾਜ਼ਿਲਕਾ ਤੇ ਚਾਹੇ ਫਿਰੋਜ਼ਪੁਰ ਆ, ਜਿੱਥੋਂ ਵੀ ਐਮਸੀ ਦਾ ਇਲੈਕਸ਼ਨ ਲੜੇਗਾ ਬੀਜੇਪੀ ਦਾ ਕੋਈ ਵੀ ਲੀਡਰ, ਅਸੀਂ ਸਾਰੀਆਂ ਜਥੇਬੰਦੀਆਂ ਉਹਦਾ ਡਟ ਕੇ ਵਿਰੋਧ ਕਰਾਂਗੇ। ਅਸੀਂ ਉਹਨੂੰ ਸਵਾਲ ਪੁੱਛਾਂਗੇ, ਅਸੀਂ ਉਹਨੂੰ ਥਾਂ-ਥਾਂ ਰੋਕਾਂਗੇ। ਉਧਰ ਵਿਕਰਮਜੀਤ ਮਜੀਠੀਆ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਵੱਡੇ ਖੁਲਾਸੇ ਕੀਤੇ ਨੇ। ਚਾਹੇ ਸਿੰਘੂ ਬਾਰਡਰ ਦੀ ਘਟਨਾ ਹੋਵੇ ਜਾਂ ਫਿਰ ਲਾਲ ਕਿਲੇ ਦੀ ਘਟਨਾ, ਇਸ ਨੂੰ ਲੈ ਕੇ ਉਹਨਾਂ ਭਾਜਪਾ ਦੇ ਉੱਤੇ ਵੱਡੇ ਸਿਆਸੀ ਵਾਰ ਕੀਤੇ ਨੇ। ਇਹ ਅੰਦੋਲਨ ਪੀਸਫੁਲੀ ਚੱਲ ਰਿਹਾ ਸੀ, ਚੱਲ ਰਿਹਾ ਹੈ ਤੇ ਗਾਂ ਵੀ ਚੱਲੂਗਾ। ਅਫਸੋਸ ਦੀ ਗੱਲ ਇਹ ਹੈ ਕਿ ਸਰਕਾਰ ਨੂੰ ਇਹ ਗੱਲ ਕਿਤੇ ਨਾ ਕਿਤੇ ਨਹੀਂ ਪਸੰਦ ਆਈ ਹੈ। ਇਹ ਤਾਂ ਵਜ਼ੀਰਾਂ ਦੀ ਬੋਲਬਾਨੀ ਤੋਂ ਸਪਸ਼ਟ ਹੈ। ਪਹਿਲਾਂ ਇਹਨਾਂ ਪੀਸਫੁਲ ਪ੍ਰੋਟੈਸਟਰਸ ਨੂੰ ਦੇਖੋ, ਪ੍ਰੋਟੈਸਟ ਕਰ ਕੌਣ ਰਿਹਾ? ਤੁਸੀਂ ਵੇਖੇ ਹੋਣੇ ਕਿ ਕੋਈ 80 ਸਾਲਾ ਸਾਡੀ ਮਾਤਾ, 90 ਸਾਲੇ ਬਜ਼ੁਰਗ, ਛੋਟੇ ਬੱਚਿਆਂ ਚੋਂ, ਧੀਆਂ ਭੈਣਾਂ ਤੋਂ ਲੈ ਕੇ ਜੇ ਹਰ ਨੇ ਇਸ ਪੀਸਫੁਲ ਪ੍ਰੋਟੈਸਟ 'ਚ ਆਪ ਦਾ ਵਡਮੁੱਲਾ ਯੋਗਦਾਨ ਪਾਇਆ। ਔਰ ਇਸ ਕੜਕਦੀ ਠੰਡ 'ਚ ਉਹਨਾਂ ਨੇ ਬੜੀ ਹਿੰਮਤ ਨਾਲ, ਜਜ਼ਬੇ ਨਾਲ, ਕਾਨੂੰਨ ਦੇ ਦਾਇਰਿਆਂ ਦੇ ਅੰਦਰ ਰਹਿੰਦੇ ਹੋਏ ਆਪਦੀ ਜ਼ਿੰਮੇਵਾਰੀ ਨਿਭਾਈ। ਔਰ ਇਸ ਗੱਲ ਦੀ ਰੈਕਗਨੀਸ਼ਨ ਬਾਹਰਲੇ ਕਈ ਵੱਖ-ਵੱਖ ਦੇਸ਼ਾਂ ਦੇ ਪ੍ਰਾਈਮ ਮਿਨਿਸਟਰ, ਰਾਸ਼ਟਰਪਤੀ ਨੇ ਵੀ ਕੀਤੀ ਆ, ਮੈਂਬਰ ਪਾਰਲੀਮੈਂਟਾਂ ਨੇ ਵੀ ਕੀਤੀ ਆ। ਮਗਰ ਆਪ ਦੀਆਂ ਵੱਡਮੁੱਲੀਆਂ ਕੁਰਬਾਨੀਆਂ ਦੇ ਗਈਆਂ ਇਸ ਅੰਦੋਲਨ ਵਾਸਤੇ, ਛੋਟੀ ਉਮਰ ਤੋਂ ਵੱਡੇ ਬਜ਼ੁਰਗ ਤੱਕ। ਮਗਰ ਹਲੇ ਤੱਕ ਕੇਂਦਰ ਦੀ ਸਰਕਾਰ ਨੇ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨਾ ਵੀ ਨਹੀਂ ਠੀਕ ਸਮਝਿਆ। ਠੀਕ ਹੈ ਕਿ ਇੰਡੋਨੇਸ਼ੀਆ 'ਚ ਜਹਾਜ਼ ਡਿੱਗਦਾ, ਤੁਸੀਂ ਉਹ ਕੀਤਾ, ਕਰਨਾ ਵੀ ਚਾਹੀਦਾ, ਤੇ ਫਿਰ ਆਪਣਿਆਂ ਨਾਲ ਕਿਉਂ ਨਹੀਂ ਤੁਹਾਡਾ ਦੁੱਖ ਸਾਂਝਾ ਹੁੰਦਾ? ਤੁਸੀਂ ਜੇ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਆ ਕੇ ਗੁਰੂ ਸਾਹਿਬ ਦੀ ਫਿਲਾਸਫੀ ਬਾਰੇ ਗੱਲ ਕਰ ਸਕਦੇ ਹੋ ਤੇ ਫਿਰ ਗੁਰੂ ਸਾਹਿਬ ਦੀ ਫਿਲਾਸਫੀ ਤੇ ਫਿਰ ਚੱਲਣ ਦਾ ਕੰਮ ਵੀ ਕੀਤਾ ਜਾਣਾ ਚਾਹੀਦਾ, ਕਿਉਂਕਿ ਇਹ ਉਹ ਕੌਮ ਹੈ ਜਿਹਨੇ ਸਰਬੱਤ ਦੇ ਭਲੇ ਵਾਸਤੇ ਹਮੇਸ਼ਾ ਯੋਗਦਾਨ ਪਾਇਆ। ਉਧਰ ਕਿਸਾਨਾਂ ਦੇ ਹੱਕ ਦੇ ਵਿੱਚ ਵਿਦਿਆਰਥੀ ਵੀ ਲਗਾਤਾਰ ਡਟੇ ਹੋਏ ਨੇ। ਪੰਜਾਬ ਸਟੂਡੈਂਟ ਯੂਨੀਅਨ ਦੇ ਵੱਲੋਂ ਵੀ ਰੈਲੀ ਕੱਢੀ ਗਈ, ਜਿਸ ਰੈਲੀ ਦੇ ਵਿੱਚ ਕਿਸਾਨਾਂ ਨੂੰ ਸਮਰਥਨ ਦਿੰਦਿਆਂ ਕਿਸਾਨੀ ਸੰਘਰਸ਼ ਨੂੰ ਦੁਬਾਰਾ ਮਜ਼ਬੂਤ ਕਰਨ ਦੀ ਗੱਲ ਕੀਤੀ ਗਈ ਹੈ। ਅੱਜ ਅਸੀਂ ਜਿਹੜਾ ਮਾਰਚ ਕੀਤਾ ਰੋਪੜ ਸ਼ਹਿਰ ਦੇ ਵਿੱਚ, ਇਸ ਅੰਦੋਲਨ ਨੂੰ ਬਿਲਕੁਲ ਇਹ ਸਿਖਰਾਂ ਤੇ ਸੀਗਾ। 26 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਹੋਣਾ ਸੀਗਾ, ਉਹ ਇਤਿਹਾਸਿਕ ਮਾਰਚ ਸੀਗਾ ਕਿਸਾਨਾਂ ਦਾ। ਔਰ ਇਸ ਇਤਿਹਾਸਿਕ ਮਾਰਚ ਨੂੰ ਬਦਨਾਮ ਕਰਨ ਦੇ ਲਈ ਜਿਹੜੀ ਸ਼ਹਿਰ ਥੱਲੇ ਉਹਨੂੰ ਬਦਨਾਮ ਕੀਤਾ। ਔਰ ਜਿੱਥੇ ਪੂਰੀ ਦੁਨੀਆ ਦੇ ਵਿੱਚ ਕਿਸਾਨ ਪਰੇਡ ਦਾ ਨਾਮ ਗੂੰਜਣਾ ਸੀਗਾ, ਉੱਥੇ ਜਿਹੜਾ ਹੈਗਾ ਲਾਲ ਕਿਲੇ ਦੇ ਵਿੱਚ ਜਿਹੜਾ ਇੰਸੀਡੈਂਟ ਹੋਇਆ, ਉਸ ਦੀ ਚਰਚਾ ਹੋ ਰਹੀ ਸੀ। एक नजर सियासी ਅਤੇ खास बयानां पे। मेरी सब दोस्तों से ये निवेदन रहेगा, जो लोग भी आज की इस प्रेस कॉन्फ्रेंस को देख रहे हो, आप लोगों को इस प्रेस कॉन्फ्रेंस के वीडियो को ज्यादा से ज्यादा लोगों तक पहुंचाना है, हर आदमी तक पहुंचाना है, ताकि भाजपा की सच्चाई लोगों तक पहुंचे। ये लोगों को पता चले कि क्यों हर आंदोलन जो भाजपा के खिलाफ होता है उसको देशद्रोही कहा जाता है, उसको देश के खिलाफ कहा जाता है। और ये स्क्रिप्ट जो भाजपा की है, इतनी पुरानी होने के बावजूद भी बार बार ये क्यों चलाई जाती है, इसको आप समझिए। ये इकोनॉमी ऑफ स्केल है। भाजपा के नेता जानते हैं। उधर ਸਿੰਘੂ ਬਾਰਡਰ ਦੀ ਘਟਨਾ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਤੇ ਵੱਲੋਂ ਵੀ ਵਿਸ਼ੇਸ਼ ਤੌਰ ਤੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹਨਾਂ ਨੂੰ ਲਗਾਤਾਰ ਵੱਖਵਾਦੀ ਮੁੱਦੇ ਬਣਾ ਕੇ ਕਿਸਾਨੀ ਸੰਘਰਸ਼ ਨੂੰ ਪੇਸ਼ ਕੀਤਾ ਜਾ ਰਿਹਾ, ਜੋ ਲਗਾਤਾਰ ਘਾਤਕ ਸਾਬਿਤ ਹੋ ਸਕਦਾ ਹੈ। ਹੋਰ ਕੀ ਕੁਝ ਕਹਿਣਾ ਸੁਖਪਾਲ ਸਿੰਘ ਖਹਿਰਾ ਦਾ ਸੁਣਦੇ ਹਾਂ। ਮੇਰਾ ਸਲੂਟ ਆ ਰਕੇਸ਼ ਟਕੈਤ ਨੂੰ, ਔਰ ਉਸਨੇ ਕਿਹਾ ਵਾ ਕਿ ਜੇ ਮਾੜੀ ਮੋਟੀ ਕੋਈ ਇਨਸੀਡੈਂਟ ਹੋ ਗਿਆ, ਤੁਸੀਂ ਇੰਨਾ
ਐਡੇ ਵੱਡੇ ਵੱਡੇ ਪੱਧਰ ਦੇ ਉੱਤੇ ਜ਼ਿਆਦਤੀਆਂ ਲੋਕਾਂ ਦੇ ਨਾਲ ਨਾ ਕਰੋ। ਮੇਰੀ ਰਿਕੇਸ਼ ਟਕੈਟ ਨੂੰ ਵੀ ਮੇਰੀ ਬੇਨਤੀ ਆ ਕਿ ਅਗਰ ਹੋ ਸਕੇ ਤੁਸੀਂ ਵਿਚਾਰ ਕਰੋ ਕਿ ਇਹ ਨੌਜਵਾਨ ਗਾਜ਼ੀਪੁਰ ਬਾਰਡਰ ਤੇ ਮਰਿਆ ਵਾ, ਇਹ ਅੰਦੋਲਨ ਕਰਕੇ ਮਰਿਆ ਹੈ, ਇਹਦਾ ਭੋਗ ਜਿਹੜਾ ਵਾ ਇਹਨੂੰ ਗਾਜ਼ੀਪੁਰ ਬਾਰਡਰ ਦੇ ਉੱਤੇ ਪਾਇਆ ਜਾਵੇ ਤੇ ਸਾਰਿਆਂ ਨੂੰ ਕਾਲ ਦਿੱਤੀ ਜਾਵੇ ਕਿ ਇਸ ਨੌਜਵਾਨ ਦੇ ਭੋਗ ਦੇ ਉੱਤੇ ਪਹੁੰਚੋ ਤਾਂ ਕਿ ਆਪਾਂ ਉਸ ਨੂੰ ਸਹੀ ਸ਼ਰਧਾਂਜਲੀ ਜਿਹੜੀ ਦੇ ਸਕੀਏ। ਇਹਨਾਂ ਦੋ ਇਸ਼ੂਜ਼ ਦੇ ਉੱਤੇ ਅੱਜ ਅਸੀਂ ਸਭ ਨੇ ਰਲ ਕੇ ਇਹ ਤੁਹਾਡੇ ਇਸ ਮਾਧਿਅਮ ਦੇ ਵਿੱਚ ਲਿਆ ਕੇ ਗੱਲ ਕੀਤੀ ਆ। ਜਿੰਨੀ ਜਲਦੀ ਹੋ ਸਕੇ ਰਿਹਾ ਕਰਕੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਦਿਆਂ ਹੋਇਆਂ ਇਸ ਅੰਦੋਲਨ ਨੂੰ ਸ਼ਾਂਤਮਈ ਢੰਗ ਦੇ ਨਾਲ ਸਮਾਪਤ ਕਰਾਉਣ ਵਿੱਚ ਸਰਕਾਰ ਨੂੰ ਰੋਲ ਅਦਾ ਕਰਨਾ ਚਾਹੀਦਾ। ਸਰਕਾਰ ਤਾਂ ਵਿਲਨ ਬਣ ਗਈ ਹੈ, ਸਰਕਾਰ ਤਾਂ ਫੁੱਟ ਪਵਾਉਣ ਚਲੀ ਗਈ ਹੈ, ਆਪਣੇ ਲੋਕਾਂ ਨੂੰ ਲੜਾਉਣ ਤੇ ਚਲੀ ਗਈ ਹੈ। ਕਿਸਾਨ ਜਿਹੜੇ ਬੈਠੇ ਨੇ ਕੋਈ ਇਹ ਵਿਦੇਸ਼ੀ ਕਿਸਾਨ ਨੇ, ਇਹ ਪਾਕਿਸਤਾਨ ਤੋਂ ਆਏ ਨੇ, ਇਹ ਤਾਂ ਸਾਰੇ ਉੱਤਰਾਖੰਡ, ਯੂਪੀ, ਰਾਜਸਥਾਨ, ਹਰਿਆਣਾ ਤੇ ਪੰਜਾਬ ਦੇ ਲੋਕ ਨੇ। ਇਸ ਕਰਕੇ ਜਿਹੜਾ ਵਤੀਰਾ ਬੀਜੇਪੀ ਦੀ ਸਰਕਾਰ ਦਾ ਵਾ ਉਹ ਮੈਂ ਸਮਝਦਾ ਕਿ ਅਗਰ ਸਹੀ ਮਾਇਨਿਆਂ ਵਿੱਚ ਦੇਸ਼ ਵਿਰੋਧੀ ਕੋਈ ਹੈ, ਬੀਜੇਪੀ ਦੀ ਸਰਕਾਰ ਆਪ ਹੈ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਨਾ ਹੀ ਫਿਰ ਮੁੜ ਹਾਜ਼ਰ ਹੁੰਨੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।